ब्रेक तो बाद ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦੇ ਅਹਿਮ ਇਸ਼ੂ ਸਾਨੂੰ ਉਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਤੁਹਾਡੇ ਨਾਲ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ ਵਿਚਾਰਾਂ ਡਾਕਟਰ ਸਾਹਿਬ ਕੋਲੋਂ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੁਰਬਾਣੀ ਦਾ ਆਸਾ ਰਾਗ ਦਾ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਸ਼ਬਦ ਤਾਂ ਤਿੰਨ ਤੁਕਾਂ ਦੇ ਵਿੱਚ ਹੈ ਜੀ, ਪਰ ਜੇ ਅਸੀਂ ਇਸ ਦੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਇਸ ਸੱਚਾਈ ਦੀ ਦੇਖੀਏ, ਬਹੁਤ ਵਾਰ ਜਦੋਂ ਹੁਣ ਖਾਸ ਤੌਰ 'ਤੇ ਉਮਰ ਲੰਬੀ ਹੋ ਰਹੀ ਹੈ, ਜਿਹਨੂੰ ਲੌਂਜੇਵਿਟੀ ਕਹਿੰਦੇ ਨੇ, ਜੀ, ਬਚਪਨ ਤੋਂ ਲੈ ਕੇ ਵੈਕਸੀਨੇਸ਼ਨਸ ਹੁੰਦੀਆਂ ਨੇ। ਅੱਗੇ ਲੋਕ ਕੋਈ ਹੈਜ਼ੇ ਨਾਲ, ਕੋਈ ਟਾਈਫਾਇਡ ਨਾਲ, ਕੋਈ ਟੀਬੀ ਨਾਲ, ਕੋਈ ਦੂਸਰਿਆਂ ਨਾਲ ਮਰ ਜਾਂਦਾ ਸੀ। ਹੁਣ ਬੱਚਿਆਂ ਦੇ ਹੀ ਉਹਨੂੰ ਲੋਦੇ ਕਹਿੰਦੇ ਨੇ ਜੀ, ਵੈਕਸੀਨੇਸ਼ਨ, ਉਹਦਾ ਬਚਾਅ। ਬਿਲਕੁਲ। ਫਿਰ ਜਿਸ ਕਿਸਮ ਦੀਆਂ ਸਿਹਤ ਸਹੂਲਤਾਂ ਔਰ ਦੂਸਰੀਆਂ ਚੀਜ਼ਾਂ ਨੇ, ਸੋ ਉਹੀ ਅੱਜ ਤੋਂ ਅੱਧੀ ਸਦੀ ਪਹਿਲਾਂ ਜੇ ਲਾਈਫ ਐਕਸਪੈਕਟੈਂਸੀ 50 ਸਾਲ ਦੇ ਨੇੜੇ ਤੇੜੇ ਸੀ ਬਣੇ ਨਾ ਮੁਲਕਾਂ 'ਚ ਵੀ, ਉਹ ਹੁਣ 70 ਦੇ ਨੇੜੇ ਤੇੜੇ ਪਹੁੰਚ ਗਈ। ਜੀ। ਤੇ ਫਿਰ ਜਿਉਂ-ਜਿਉਂ ਹੁਣ ਕਈ ਥਾਂ ਤੇ ਹੋਰ ਵੀ ਲੰਬਾ ਹੋ ਰਿਹਾ ਕੰਮ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਆਲਿਟੀ ਆਫ ਲਾਈਫ ਉਸ ਦੇ ਵਿੱਚ ਫਰਕ ਪੈਂਦਾ ਜਾ ਰਿਹਾ। ਅੱਜ ਤੋਂ ਸ਼ਾਇਦ 50-60 ਸਾਲ ਪਹਿਲਾਂ ਇਹ ਨਹੀਂ ਸੀ ਕਿ ਬਹੁਤ ਸਾਰੇ ਡਿਪਰੈਸ਼ਨ ਦਾ ਸ਼ਿਕਾਰ ਨੇ। ਕੋਈ ਇਕੱਲਤਾ ਦਾ, ਔਰ ਡਿਪਰੈਸ਼ਨ ਦੇ ਵਿੱਚ ਇੱਕ ਕਾਰਨ, ਡਿਪਰੈਸ਼ਨ ਇੱਕ ਜਨਰਲ ਟਰਮ ਹੈ, ਕੋਈ ਬਿਮਾਰੀ ਉਹਨੂੰ ਅਸੀਂ ਕਹਿ ਦਿੰਦੇ ਹਾਂ, ਜਿਵੇਂ ਇੱਕ ਜਨਰਲ ਟਰਮ ਇਸਤੇਮਾਲ ਹੁੰਦੀ ਹੈ। ਪਰ ਜ਼ਾਹਰ ਹੈ ਕਿ ਵੀ ਇਹ ਤੁਹਾਡੀ ਸੋਚ, ਤੁਹਾਡੀ ਮਾਨਸਿਕਤਾ, ਤੁਹਾਡੇ ਜ਼ਿਹਨ, ਤੁਹਾਡੀਆਂ ਸਪਿਰਿਟਸ ਦਾ ਲੋ ਹੋਣਾ ਕਿਤੇ ਨਾ ਕਿਤੇ, ਭਾਵੇਂ ਉਹਦੇ 'ਚ ਕੈਮੀਕਲ ਇਨਬੈਲੈਂਸ ਹੁੰਦਾ ਹੈ ਜਿਹੜਾ ਬ੍ਰੇਨ ਦੇ ਨਾਲ ਜੁੜਿਆ ਹੋਇਆ। ਪਰ ਕੁੱਲ ਮਿਲਾ ਕੇ ਬਹੁਤ ਵੱਡਾ ਕਾਰਨ, ਜੇ ਤੁਸੀਂ ਅੱਜ ਜਿਹੜੇ ਲੋਕ ਡਿਪਰੈਸ਼ਨ ਜਾਂ ਆਈਸੋਲੇਸ਼ਨ 'ਚ ਜਾਂਦੇ ਨੇ, ਉਹਦਾ ਇੱਕ ਕਾਰਨ ਸਟ੍ਰੈਸ ਹੈ। ਜੀ। ਹੁਣ ਸਟ੍ਰੈਸ ਨੂੰ ਵੀ ਫਿਰ ਬਿਆਨ ਕਰਨ ਲਈ, ਕਿਉਂਕਿ ਕੰਪੀਟੀਟਿਵ ਸੁਸਾਇਟੀਜ਼ ਨੇ, ਉਹ ਕਹਿਣ ਜੀ, ਜਿਵੇਂ ਕਹਿਣਗੇ ਜੀ ਤੂੰ ਟੈਨਸ਼ਨ ਮਤ ਲਓ, ਸਟ੍ਰੈਸ ਮਤ ਲਓ। ਫਿਰ ਉਹਨੂੰ ਲੱਗਾ ਵੀ ਜੇ ਟੈਨਸ਼ਨ ਸਟ੍ਰੈਸ ਨੇ, ਇਹਦਾ ਵੀ ਕੰਮ ਹੀ ਕੋਈ ਨਾ ਕਰੇ, ਤਾਂ ਉਹਨਾਂ ਨੇ ਉਹਨੂੰ ਬਣਾ ਦਿੱਤਾ ਜੀ ਗੁੱਡ ਸਟ੍ਰੈਸ ਤੇ ਬੈਡ ਸਟ੍ਰੈਸ। ਜੀ। ਦੋ ਗੱਲਾਂ ਇਹਦੇ 'ਚ ਬੜੀਆਂ ਆਬਵੀਅਸ ਨੇ, ਸਪਸ਼ਟ ਨੇ। ਇਨਸਾਨ ਜੇ ਉਸਦੇ ਸਾਹਮਣੇ ਜ਼ਿੰਦਗੀ ਦਾ ਪਰਪਸ ਨਹੀਂ ਹੈ ਠੀਕ, ਜੀ, ਉਹਦਾ ਮਰਕਜ਼ ਨਹੀਂ ਹੈ, ਇੱਕ ਪਰਪਸ ਹੈ, ਇੱਕ ਮਰਕਜ਼ ਹੈ, ਸੈਂਟਰ, ਕੇਂਦਰ। ਜੀ। ਹੁਣ ਜਦੋਂ ਪਰਪਸ ਤੁਹਾਡਾ ਰੱਬ ਦੇ ਨਾਲ ਪਿਆਰ, ਰੱਬ ਦੇ ਨਾਲ ਇੱਕ ਮਿੱਤਰਤਾ ਇਸ ਤੋਂ ਸ਼ੁਰੂ ਹੋਏ, ਤੇ ਫਿਰ ਜ਼ਾਹਰ ਹੈ ਕਿ ਤੁਹਾਨੂੰ ਤੁਹਾਡਾ ਮਕਸਦ ਵੀ ਮਿਲ ਜਾਂਦਾ ਹੈ, ਕਿਉਂਕਿ ਮਕਸਦ ਤੁਹਾਡਾ ਮਰਕਜ਼ ਨਾਲ ਜੁੜਨਾ ਹੈ। ਤੁਸੀਂ ਰੱਬ ਦੇ ਨਾਲ ਜੁੜੇ ਹੋਏ ਹੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਤੁਸੀਂ ਜੜ ਦੀ ਪਛਾਣ ਕਰ ਲੈਂਦੇ ਹੋ, ਹੁਣ ਕਿਸੇ ਵੀ ਇੱਕ ਬਿਮਾਰੀ ਹੈ, ਬਿਮਾਰੀ ਦੇ ਲੱਛਣ ਨੇ, ਸਿੰਪਟਮਸ ਨੇ। ਜੀ। ਹੁਣ ਨਿੱਛਾਂ ਆ ਰਹੀਆਂ ਨੇ, ਜਿਹੜਾ ਸਿਰ ਦੁਖ ਰਿਹਾ, ਨੱਕ ਵਗ ਰਿਹਾ, ਕੋਈ ਹੋਰ ਹੋ ਰਿਹਾ, ਉਹ ਦੇਖ ਕੇ ਕੋਈ ਕਹੇਗਾ ਜੀ ਇਹ ਜਿਹੜਾ ਇਹ ਮੈਨੂੰ ਲੱਛਣ ਨੇ, ਦੇਖਣ ਵਾਲਾ ਕਹੇਗਾ ਜੀ ਇਹਨੂੰ ਫਲੂ ਹੈ, ਵਾਇਰਲ ਹੈ, ਬੈਕਟੀਰੀਅਲ ਹੈ, ਬਾਅਦ 'ਚ ਹੁੰਦਾ ਹੈ। ਲੇਕਿਨ ਇਹ ਤੁਹਾਡੇ ਲੱਛਣ ਨੇ। ਫਿਰ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਵਾਇਰਲ ਹੈ, ਫਿਰ ਉਹ ਤੁਹਾਨੂੰ ਸਿੰਪਟਮਸ ਦੀ ਦੇਣਗੇ ਜੀ, ਨੱਕ ਵਗ ਰਿਹਾ ਤੇ ਉਹ ਰੋਕਣ ਦਾ ਹੈ, ਸਿਰ ਦੁਖ ਰਿਹਾ ਉਸ ਦੀ ਹੈ। ਲੇਕਿਨ ਵਾਇਰਲ ਦਾ ਤਾਂ ਇਲਾਜ ਨਹੀਂ ਹੈ। ਉਹਨਾਂ ਨੇ ਕਹਿਣਾ ਜੀ ਇਹ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਇਫ ਯੂ ਟੇਕ ਮੈਡੀਸਨ ਯੂ ਵਿਲ ਬੀ ਓਕੇ ਇਨ 7 days, ਇਫ ਯੂ ਡੋਂਟ ਟੇਕ ਮੈਡੀਸਨ ਯੂ ਵਿਲ ਬੀ ਓਕੇ ਇਨ 1 week। ਤਾਂ ਮਤਲਬ ਇਹ ਹੈ ਕਿ ਕੋਈ ਦਵਾਈ ਦਾ ਤਾਂ ਅਸਰ ਨਹੀਂ, ਵਾਇਰਲ ਹੈ, ਲੇਕਿਨ ਤੁਹਾਨੂੰ ਪਤਾ ਲੱਗ ਗਿਆ ਕਿ ਵੀ ਇਹ ਇਹਦਾ ਰੂਟ ਕਾਜ਼ ਹੈ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਜੇ ਸਾਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਸਾਡਾ ਮਕਸਦ ਕੀ ਹੈ, ਤੇ ਫਿਰ ਜਿਹੜੀ ਵੀ ਕੋਈ ਬਿਮਾਰੀ ਸਿਰ ਚੁੱਕੇਗੀ, ਤੁਸੀਂ ਉਹਦਾ ਸਿਰ ਫੇਰ ਦਿੰਦੇ ਹੋ ਨਾਲ ਦੀ ਨਾਲ, ਕਿਉਂਕਿ ਤੁਹਾਡੇ ਮਰਕਜ਼ ਦੇ ਨਾਲ ਤੁਹਾਡੇ ਕਦਮਾਂ 'ਚ ਫੁਰਤੀ ਹੁੰਦੀ ਹੈ, ਤੁਹਾਡੇ ਅੱਖਾਂ 'ਚ ਚਮਕ ਹੁੰਦੀ ਹੈ, ਤੁਹਾਡੇ ਅੰਦਰ ਚਾਅ ਹੁੰਦਾ ਹੈ, ਤੇ ਤੁਸੀਂ ਤੇਜ਼ ਕਦਮੀ ਜਿਹੜਾ ਪੱਬਾਂ ਭਾਰ ਵੀ ਭੱਜੇ ਫਿਰਦੇ ਹੋ। ਔਰ ਇਹੀ ਕਾਰਨ ਹੈ ਕਿ ਹੁਣ ਜਦੋਂ ਸਾਨੂੰ ਕੋਈ ਖੁਸ਼ੀ ਨਜ਼ਰ ਆਉਂਦੀ ਹੈ, ਕੋਈ ਵਿਆਹ ਹੈ, ਕੋਈ ਸ਼ਾਦੀ ਹੈ, ਕੋਈ ਦੂਜਾ ਹੈ, ਕਿੱਥੋਂ ਤਾਕਤ ਆ ਜਾਂਦੀ? ਪਈ ਤਾਂ ਤੁਹਾਡੇ ਅੰਦਰ ਹੀ ਹੁੰਦੀ। ਉਹੀ ਲੇਟੈਂਟ ਜਿਹੜੀ ਐਨਰਜੀ ਹੈ ਉਹ ਸਾਹਮਣੇ ਆ ਜਾਂਦੀ ਹੈ। ਔਰ ਉਹਦੇ ਬਾਰੇ ਮੈਨੂੰ ਯਾਦ ਹੈ ਡਾਕਟਰ ਬਲਦੇਵ ਰਾਜ ਸਾਡੇ ਟੀਚਰ ਸਨ, ਔਰ ਉਹਨਾਂ ਨੇ ਕਹਿਣਾ ਵੀ એનર્ਜੀ ਕੀ ਹੁੰਦੀ ਹੈ। ਉਹਨੇ ਕਹਿਣਾ ਵੀ ਇੱਕ ਬੰਦਾ ਥੱਕਿਆ ਹਾਰਿਆ ਹੈ,
ਕੰਮ ਤੋਂ ਆ ਰਿਹਾ 5 ਵਜੇ, ਉਹ ਦੇਖ ਰਿਹਾ ਮੈਂ ਘਰ ਜਾਵਾਂਗਾ, ਮੈਂ ਜਾ ਕੇ ਵਾਈਫ ਨੇ ਚਾਹ ਦਾ ਕੱਪ ਬਣਾਇਆ ਹੋਏਗਾ ਉਹ ਮੈਂ ਲਵਾਂਗਾ। ਉਹ ਕਹਿੰਦਾ ਜਦੋਂ ਇੰਨਾ ਥੱਕਿਆ ਉਹਦਾ ਇੱਕ ਇੱਕ ਕਦਮ ਵੀ ਉਹਨੂੰ ਭਾਰੀ ਲੱਗ ਰਿਹਾ, ਜੀ ਜਦੋਂ ਘਰ ਦੇ ਨੇੜੇ ਉਹ ਆਂਦਾ ਉਹ ਦੇਖਦਾ ਵੀ ਉਹਦੇ ਘਰ ਨੂੰ ਤਾਂ ਅੱਗ ਲੱਗੀ ਹੋਈ ਹੈ, ਲੋਕ ਪਾਣੀ ਪਾ ਰਹੇ ਨੇ, ਬੁਝਾ ਰਹੇ ਨੇ। ਜੀ ਕਹਿੰਦੇ ਵੀ ਉਹਦਾ ਕਿੱਥੇ ਜਾਂਦਾ ਥੱਕਿਆ, ਉਹ ਸਭ ਤੋਂ ਅੱਗੇ ਹੋ ਕੇ ਲੱਗਾ ਹੁੰਦਾ ਜਾਂ ਦੂਜਾ ਵੀ ਤੁਹਾਡੇ ਅੰਦਰ ਹੀ ਉਹ ਪਿਆ ਹੁੰਦਾ। ਜਦੋਂ ਬਹੁਤ ਵਾਰ ਰੂਹਾਨੀਅਤ ਦੀ ਦੁਨੀਆ 'ਚ ਰੱਬ ਦੇ ਨਾਲ ਯਾਰੀ, ਰੱਬ ਦਾ ਬੇਲੀ ਹੋਣਾ ਤੁਹਾਡੇ ਅੰਦਰੋਂ ਦੁੱਖ ਖਤਮ ਕਰ ਦਿੰਦਾ ਹੈ, ਤੇ ਇਹੀ ਇਹਦਾ ਮਕਸਦ। ਇਹ ਕੱਲ ਨੂੰ ਵੀ ਤੋੜਦਾ ਹੈ ਜਦੋਂ ਅਸੀਂ ਕਹਿੰਦੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਹੁਣ ਜੇ ਤੁਹਾਨੂੰ ਨਾਲ ਰੱਬ ਮਹਿਸੂਸ ਹੁੰਦਾ ਹੈ ਤੇ ਰੱਬ ਦੀ ਤਾਕਤ ਦੇ ਸਾਹਮਣੇ ਤਾਂ ਕੋਈ ਤਾਕਤ ਨਹੀਂ ਹੈ। ਰੱਬ ਕੋਲ ਬੇਪਨਾਹ ਤਾਕਤ ਹੈ। ਉਹ ਹਰ ਦਾ ਇਹ ਸ਼ਬਦ ਜਿਹੜਾ ਅੱਜ ਦਾ ਇਸ ਪਾਸੇ ਵੱਲ ਇਸ਼ਾਰਾ ਕਰਦਾ ਹੈ, ਜਾਂਕਾ ਹਰ ਸੁਆਮੀ ਪ੍ਰਭ ਬੇਲੀ, ਪੀੜ ਗਈ ਫਿਰ ਨਹੀਂ ਦੁਹੇਲੀ ਰਹਾਓ, ਕਰ ਕਿਰਪਾ ਚਰਨ ਸੰਗ ਮੇਲੀ, ਸੂਖ ਸਹਿਜ ਆਨੰਦ ਸੁਹੇਲੀ, ਸਾਧ ਸੰਗ ਗੁਣ ਗਾਏ ਅਤੋਲੀ, ਹਰ ਸਿਮਰਤ ਨਾਨਕ ਪਈ ਅਮੋਲੀ। ਕਿ ਜਿਸ ਦਾ ਦੋਸਤ, ਬੇਲੀ ਅਸੀਂ ਯਾਰ ਬੇਲੀ ਕਹਿੰਦੇ, ਪ੍ਰਭ ਬੇਲੀ, ਜਿਹਦਾ ਵਾਹਿਗੁਰੂ ਯਾਰ ਹੋਏ ਜੀ, ਤਾਂ ਫਿਰ ਤਾਂ ਸੁਣ ਯਾਰ ਹਮਾਰੇ ਸੱਜਣ, ਯਾਰ ਕਹਿ ਕੇ ਬੁਲਾਉਂਦੇ ਹੋ ਕਿ ਭਾਈ ਆ ਸੁਣ ਮੇਰੀ ਗੱਲ। ਜਾਂ ਕਾ ਹਰ ਸੁਆਮੀ ਪ੍ਰਭ ਬੇਲੀ, ਪੀੜ ਗਈ ਫਿਰ ਨਹੀਂ ਦੁਹੇਲੀ। ਦੁਹੇਲੀ ਹੁੰਦਾ ਦੁਖੀ, ਵੀ ਉਹਦੇ ਅੰਦਰ ਤਾਂ ਫਿਰ ਉਹ ਰੱਬ ਯਾਰ ਹੈ, ਪੀੜ ਤਾਂ ਹੈ ਹੀ ਨਹੀਂ, ਉਹਦਾ ਪੀੜ ਦੌੜ ਗਈ। ਔਰ ਇਹੀ ਰਹਾਓ ਦੀ ਤੁਕ ਹੈ ਕਿ ਭਾਈ ਰੱਬ ਨੂੰ ਬੇਲੀ ਬਣਾਓ, ਰੱਬ ਨੂੰ ਯਾਰ ਬਣਾਓ, ਰੱਬ ਨੂੰ ਪਿਆਰਾ ਦੋਸਤ ਬਣਾਓ, ਉਹਨੂੰ ਆਪਣੇ ਨਾਲ ਮਹਿਸੂਸ ਕਰੋ। ਤੇ ਕਰ ਕਿਰਪਾ ਚਰਨ ਸੰਗ ਮੇਲੀ, ਸੂਖ ਸਹਿਜ ਆਨੰਦ ਸੁਹੇਲੀ। ਕਿ ਵਾਹਿਗੁਰੂ ਦੀ ਫਿਰ ਰਹਿਮਤ ਹੁੰਦੀ ਹੈ, ਉਹ ਆਪਣੇ ਨਾਲ ਜਦੋਂ ਮੇਲ ਲੈਂਦਾ ਹੈ ਤੇ ਅੰਦਰ ਇੱਕ ਸਹਿਜ ਆ ਜਾਂਦਾ। ਜਦੋਂ ਸਹਿਜ ਆਉਂਦਾ ਹੈ ਤੇ ਉਹਦੇ ਨਾਲ ਸੁੱਖ ਆਉਂਦਾ ਹੈ, ਆਨੰਦ ਸੁਹੇਲੀ। ਦੁਹੇਲੀ ਦੁਖੀ ਹੈ, ਸੁਹੇਲੀ ਸੁਖੀ ਹੈ, ਚਾਰ ਚਫੇਰਾ ਸੁਖੀ ਹੁੰਦਾ ਹੈ। ਸਾਧ ਸੰਗ ਗੁਣ ਗਾਏ ਅਤੋਲੀ। ਚੰਗੇ ਪੁਰਸ਼ਾਂ ਦੀ, ਚੰਗੇ ਇਨਸਾਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਉਸ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ ਜਿਨ੍ਹਾਂ ਗੁਣਾਂ ਨੂੰ ਕੋਈ ਤੋਲ ਨਹੀਂ ਸਕਦਾ, ਉਹ ਅਤੋਲ ਨੇ। ਹਰ ਸਿਮਰਤ ਨਾਨਕ ਭਈ ਅਮੋਲੀ। ਕਿ ਉਹ ਰੂਹ ਜਿਹੜੀ ਰੱਬ ਦੇ ਨਾਲ ਜੁੜੀ ਹੋਈ ਹੈ, ਰੱਬ ਨੂੰ ਯਾਦ ਕਰਦੀ ਹੈ, ਉਹਦੀ ਫਿਰ ਕੋਈ ਕੀਮਤ ਨਹੀਂ ਪਾ ਸਕਦਾ। ਅਮੋਲ ਜਦੋਂ ਅਸੀਂ ਕਹਿੰਦੇ ਹਾਂ ਜੀ ਇਹ ਪ੍ਰਾਈਸਲੈਸ, ਇਹਦੀ ਕੋਈ ਕੀਮਤ ਨਹੀਂ ਹੈ। ਜਿਹੜੀ ਰੂਹ ਰੱਬ ਨਾਲ ਜੁੜੀ ਹੋਈ ਹੈ ਉਹ ਅਮੋਲੀ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।